तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। ਸਤਨਾਮ ਧੰਨ ਵਾਹਿਗੁਰੂ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਨੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਿਨ ਕੇਰਾ, ਜਿਤ ਮਿਲੈ ਚੁਕੇ ਸਭ ਸੋਗ ਸੰਤਾਪੇ। ਧੰਨ ਧੰਨ ਗੁਰੂ ਨਾਨਕ ਜਿਨ ਕੇਰਾ, ਜਿਤ ਮਿਲਿਆ ਚੁਕੈ ਸਭ ਸੋਗ ਸੰਤਾਪੇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਕਰ ਨੌ ਨਿਧ ਆਵੈ ਤਾਏ। ਤੇਗ ਬਹਾਦਰ ਸਿਮਰਿਐ, ਕਰ ਨੌ ਨਿਧ ਆਵੈ ਤਾਏ। ਸਭ ਥਾਈ ਹੋਏ ਸਹਾਏ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚੌਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠ ਕੇ ਅਤੇ ਦੇਸ਼ ਵਿਦੇਸ਼ ਦੇ ਅੰਦਰ ਟੀਵੀ ਦੇ ਮਾਧਿਅਮ ਰਾਹੀਂ ਆਪ ਸੰਗਤ ਲੜੀਵਾਰ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਹੋ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਜੀਵਨ ਕਥਾ ਨੂੰ ਸਰਵਨ ਕਰ ਰਹੇ ਹੋ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰਨ ਸਾਡਾ ਜੀਵਨ ਸਫਲਾ ਹੋ ਸਕੇ, ਅਸੀਂ ਗੁਰੂ ਦੇ ਦੱਸੇ ਹੋਏ ਮਾਰਗ ਦੇ ਅਨੁਸਾਰ ਚੱਲ ਸਕੀਏ। ਗੁਰੂ ਚਰਨਾਂ ਵਿੱਚ ਆਓ ਹਾਜ਼ਰੀ ਲਵਾ ਕੇ ਅੱਜ ਦੀਆਂ ਵਿਚਾਰਾਂ ਦੀ ਪ੍ਰਾਰੰਭਤਾ ਕਰੀਏ। ਆਪ ਸੰਗਤ ਅਸੀਸ ਬਖਸ਼ੋ, ਸਤਿਗੁਰੂ ਮਹਾਰਾਜ ਜੀ ਦੀ ਫਤਿਹ ਬਖਸ਼ਿਸ਼ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਅੰਦਰ ਮਹਾਰਾਜ ਜੀ ਨੇ ਅਨੇਕਾਂ ਜਿਹੜੇ ਜਗਿਆਸੂ ਹਨ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੀ ਭਾਵਨਾ ਦੇ ਅਨੁਸਾਰ ਉਹਨਾਂ ਨੂੰ ਬਖਸ਼ਿਸ਼ਾਂ ਕਰਦੇ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸੰਗਤ ਦੇ ਵਿੱਚ
ਕਾਬਲ ਤੋਂ ਚੱਲ ਕਰਕੇ ਸੰਗਤ ਦਰਸ਼ਨਾਂ ਨੂੰ ਕਰਨ ਵਾਸਤੇ ਆਈ। ਇੱਕ ਜਗਿਆਸੂ ਨੇ ਸਵਾਲ ਕਰਨਾ ਕੀਤਾ ਕਿ ਸੱਚੇ ਪਾਤਸ਼ਾਹ ਮਹਾਰਾਜ, ਇਹ ਮਨ ਜਿਹੜਾ ਹੈ ਇਹਦੀ ਦੌੜ ਭੱਜ ਜਿਹੜੀ ਹੈ ਇਹ ਮੁੱਕਦੀ ਨਹੀਂ ਹੈ, ਇਹਦੀ ਦੌੜ ਭੱਜ ਹਮੇਸ਼ਾ ਬਣੀ ਰਹਿੰਦੀ ਹੈ, ਹਰ ਵੇਲੇ ਇਹ ਭੱਜਿਆ ਰਹਿੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਇਹਦੀ ਦੌੜ ਭੱਜ ਫਿਰ ਮੁੱਕੇ ਕਿਵੇਂ? ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਮਨ ਜਿਹੜਾ ਹੈ ਨਾ, ਮਨ ਪਾਪਾਂ ਵੱਲ ਜਾਂਦਾ ਹੈ, ਬਾਰ-ਬਾਰ ਇਹ ਪਾਪ ਕਰਮ ਕਰਨ ਵਾਸਤੇ ਮਨ ਦੌੜਦਾ ਹੈ। ਤੇ ਮਹਾਰਾਜ ਕਹਿੰਦੇ ਨੇ ਜਦ ਤ੍ਰਿਸ਼ਨਾ ਦਾ ਇਸ ਮਨ ਦੇ ਵਿੱਚ ਨਿਵਾਸ ਹੈ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮਨ ਫਿਰ ਉਨੀ ਦੇਰ ਤੱਕ ਅਸ਼ਾਂਤ ਰਹਿੰਦਾ ਹੈ, ਕਿਉਂਕਿ ਜਿੰਨੀ ਦੇਰ ਤੱਕ ਮਨ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੋਵੇਗੀ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਮਨ ਉਨੀ ਦੇਰ ਦੌੜਦਾ ਰਹੇਗਾ। ਜਿਸ ਦਿਨ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਤੇ ਮਹਾਰਾਜ ਕਹਿੰਦੇ ਨੇ ਉਸ ਦਿਨ ਜਿਹੜਾ ਹੈ ਮਨ ਟਿਕ ਜਾਂਦਾ ਹੈ। ਜੋਗੀ, ਜੰਗਮ, ਸੰਨਿਆਸੀ, ਮਹਾਰਾਜ ਕਹਿੰਦੇ ਨੇ ਤ੍ਰਿਸ਼ਨਾ ਜਿਹੜੀ ਹੈ ਇਹ ਸਾਰਿਆਂ ਦੇ ਮਨਾਂ 'ਤੇ ਸਵਾਰ ਹੈ, ਕਿਸੇ ਨੂੰ ਇਹਨੇ ਛੱਡਿਆ ਨਹੀਂ। ਭਾਵੇਂ ਕੋਈ ਜੋਗੀ ਹੈ, ਭਾਵੇਂ ਕੋਈ ਜੰਗਮ ਹੈ, ਭਾਵੇਂ ਕੋਈ ਸੰਨਿਆਸੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮੋਹ ਮਮਤਾ ਜਿਹੜਾ ਹੈ ਨਾ, ਇਹੀ ਅਸ਼ਾਂਤੀ ਦਾ ਮੂਲ ਕਾਰਨ ਬਣਦਾ ਹੈ। ਇਹਦੇ ਕਰਕੇ ਹੀ ਮਨ ਜਿਹੜਾ ਹੈ ਅਸ਼ਾਂਤ ਰਹਿੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਕਹਿਣਾ ਕੀਤਾ ਕਿ ਇਸ ਕਰਕੇ ਮਨ ਨੂੰ ਜੇਕਰ ਟਿਕਾਉਣਾ ਹੈ, ਮਨ ਨੂੰ ਸ਼ਾਂਤ ਕਰਨਾ ਹੈ, ਚਾਹੁੰਦੇ ਹਾਂ ਕਿ ਮਨ ਦੀ ਦੌੜ ਭੱਜ ਮੁੱਕ ਸਕੇ, ਫਿਰ ਮੋਹ ਮਮਤਾ ਦਾ ਤਿਆਗ ਕਰਨਾ ਹੋਵੇਗਾ, ਤ੍ਰਿਸ਼ਨਾ ਨੂੰ ਛੱਡਣਾ ਹੋਵੇਗਾ, ਆਪੇ ਦੀ ਭਾਲ ਕਰਨੀ ਹੋਵੇਗੀ, ਆਪੇ ਨੂੰ ਸੰਭਾਲਣਾ ਹੋਵੇਗਾ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਸ ਦਿਨ ਮਨ ਦੀ ਜਿਹੜੀ ਦੌੜ ਭੱਜ ਹੈ ਉਹ ਮੁੱਕ ਜਾਂਦੀ ਹੈ। ਸਤਿਗੁਰ ਮਹਾਰਾਜ ਜੀ ਦੇ ਬਹੁਤ ਹੀ ਪਿਆਰੇ ਤੇ ਨਿਕਟਵਰਤੀ ਜਿਨ੍ਹਾਂ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਨਾਲ ਅੱਗੇ ਜਾ ਕਰਕੇ ਸ਼ਹਾਦਤ ਵੀ ਦੇਣੀ, ਭਾਵ ਕਿ ਭਾਈ ਮਤੀ ਦਾਸ ਸਾਹਿਬ ਜੀ, ਉਹਨਾਂ ਨੇ ਸਤਿਗੁਰ ਮਹਾਰਾਜ ਜੀ ਨੂੰ ਇੱਕ ਦਿਨ ਸਵਾਲ ਕੀਤਾ। ਕਹਿਣ ਲੱਗੇ, ਮਹਾਰਾਜ ਗਿਆਨ ਕਿਹਨੂੰ ਆਖਦੇ ਹਾਂ, ਗਿਆਨ ਕੀ ਹੈ? ਮਹਾਰਾਜ ਪਾਤਸ਼ਾਹ ਜੀ ਹਰ ਕੋਈ ਵੱਖ-ਵੱਖ ਤਰ੍ਹਾਂ ਦੇ ਭਾਵ ਦੱਸਦਾ ਹੈ। ਕਿਸੇ ਨੂੰ ਵੀ ਪੁੱਛੋ ਗਿਆਨ ਕੀ, ਉਹ ਆਪਣੀ ਸਮਝ ਦੇ ਅਨੁਸਾਰ, ਆਪਣੇ ਗਿਆਨ ਦੇ ਅਨੁਸਾਰ, ਆਪਣੀ ਵਿੱਦਿਆ ਦੇ ਅਨੁਸਾਰ ਜਿਹੜਾ ਹੈ ਉਹ ਗਿਆਨ ਦੇ ਅਰਥ ਭਾਵ ਕਰ ਦਿੰਦਾ ਹੈ, ਅਰਥ ਪੜ੍ਹ ਕੇ ਸੁਣਾ ਦਿੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਪਰ ਅਸਲ ਦੇ ਵਿੱਚ ਗਿਆਨ ਹੈ ਕਿ ਕਿਹਨੂੰ ਗਿਆਨ ਆਖਦੇ ਆ? ਮਹਾਰਾਜ ਜੀ ਧੰਨ ਗੁਰੂ ਤੇਗ ਬਹਾਦਰ ਆਖਦੇ ਨੇ ਕਿ ਜਿਹੜਾ ਆਪਣੇ ਨੂੰ ਜਾਣਦਾ ਹੈ ਆਪੇ ਨੂੰ ਜਾਣ ਗਿਆ ਹੈ। ਮਹਾਰਾਜ ਕਹਿੰਦੇ ਨੇ ਆਪੇ ਨੂੰ ਜਾਣ ਲੈਣਾ ਹੀ ਗਿਆਨ ਹੈ। ਤੇ ਗਿਆਨ ਜਿਹੜਾ ਹੈ ਇਸ ਦੀ ਪ੍ਰਾਪਤੀ ਹੈ, ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਿਵੇਂ ਬਚਨ ਨੇ, ਗਾਵੀਏ ਸੁਣੀਏ ਮਨ ਰੱਖੀਏ ਭਾਓ। ਇਹ ਗਾਉਣ ਸੁਣਨ ਤੇ ਮਨ ਦੇ ਵਿੱਚ ਵਸਾਉਣ ਦੇ ਨਾਲ ਇਸ ਦੀ ਪ੍ਰਾਪਤੀ ਹੁੰਦੀ ਹੈ। ਗਿਆਨ ਜਿਹੜਾ ਹੈ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮਾਲਕ ਦੇ ਗੁਣਾਂ ਨੂੰ ਗਾਉਣਾ, ਮਾਲਕ ਦੇ ਗੁਣਾਂ ਨੂੰ ਸੁਣਨਾ, ਉਸ ਮਾਲਕ ਦੇ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰਨ ਦੇ ਨਾਲ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰ ਮਹਾਰਾਜ ਜੀ ਨੇ ਉਦਾਹਰਨ ਦਿੱਤੀ ਨੇ, ਕਹਿਣ ਲੱਗੇ ਦੇਖੋ ਜਿਵੇਂ ਸਾਰੀ ਜਿਹੜੀ ਬਨਸਪਤੀ ਹੈ, ਪੇੜ ਪੌਦੇ ਨੇ, ਉਨ ਹਰ ਇੱਕ ਬਨਸਪਤੀ ਦੇ ਅੰਦਰ ਪ੍ਰਮਾਤਮਾ ਨੇ ਬਸੰਤਰ ਨੂੰ, ਅੱਗ ਨੂੰ ਲੁਕੋ ਕਰਕੇ ਰੱਖਿਆ ਹੈ। ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਉਹ ਅੱਗ ਬਾਹਰ ਦਿਖਾਈ ਨਹੀਂ ਦਿੰਦੀ, ਉਹਨੂੰ ਯਤਨ ਕਰਨਾ ਪੈਂਦਾ ਹੈ ਤੇ ਫਿਰ ਉਹ ਜਾ ਕਰਕੇ ਅੱਗ ਜਿਹੜੀ ਹੈ ਉਹ ਪ੍ਰਗਟ ਹੋ ਜਾਂਦੀ ਹੈ, ਬਲ ਉੱਠਦੀ ਹੈ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਨੇ ਹਰ ਦੁੱਧ ਦੇ ਵਿੱਚ ਜਿਹੜਾ ਹੈ ਉਹ ਘਿਓ ਮੌਜੂਦ ਹੈ, ਹਰ ਦੁੱਧ ਦੀ ਬੂੰਦ ਅੰਦਰ ਘਿਓ ਮੌਜੂਦ ਹੈ। ਪਰ ਉਸ ਘਿਓ ਨੂੰ ਜੇਕਰ ਕੱਢਣਾ ਹੋਵੇ ਉਹਦੇ ਵਾਸਤੇ ਯਤਨ ਕਰਨੇ ਪੈਂਦੇ ਨੇ। ਇਸੇ ਤਰ੍ਹਾਂ ਜਿਹੜਾ ਹੈ ਬਿਨਾਂ ਘਾਲਣਾ ਤੋਂ ਜਿਵੇਂ ਬਨਸਪਤੀ ਦੇ ਵਿੱਚ ਅੱਗ ਪੈਦਾ ਨਹੀਂ ਹੁੰਦੀ, ਬਿਨਾਂ ਘਾਲਣਾ ਤੋਂ ਜਿਵੇਂ ਦੁੱਧ ਦੇ ਵਿੱਚ ਜਿਹੜਾ ਹੈ ਉਹ ਘਿਓ ਪ੍ਰਗਟ ਨਹੀਂ ਹੋ ਸਕਦਾ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਇਹ ਕਾਲ ਸਿਮਰਨ ਹੈ ਤੇ ਯਾਦ ਭੁੱਲ ਦੇਣਾ, ਉਹ ਯਾਦ ਭੁੱਲਣ ਨਾ ਦੇਣੀ, ਹਮੇਸ਼ਾ ਪਰਮਾਤਮਾ ਨੂੰ ਯਾਦ ਰੱਖਣਾ। ਇਹ ਗਿਆਨ ਦਾ ਆਖਰੀ ਡੰਡਾ ਹੈ ਜਿਹਦੇ ਉੱਤੇ ਚੜ੍ਹ ਜਾਂਦਾ ਹੈ ਜਦੋਂ ਇਨਸਾਨ ਤੇ ਉਹਨੂੰ ਗਿਆਨ ਦੀ, ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਫਿਰ ਮਿਲਣ ਵਾਸਤੇ ਸੈਫਦੀਨ ਆਉਂਦਾ ਹੈ, ਜਿਹਦੇ ਕੋਲ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਜੀ ਪਹਿਲੇ ਦੌਰੇ ਦੇ ਦੌਰਾਨ ਵੀ ਗਏ। ਸੈਫਦੀਨ ਦੇ ਕੋਲ ਸੱਚੇ ਪਾਤਸ਼ਾਹ ਮਹਾਰਾਜ ਜਾਂਦੇ ਆ।
ਜਿਹਨੂੰ ਬਹਾਦਰਗੜ੍ਹ ਜਿੰਦਾ ਅਸਥਾਨ ਸਤਿਗੁਰ ਮਹਾਰਾਜ ਜੀ ਦਾ ਅਸਥਾਨ ਵੀ ਉੱਥੇ ਬਣਿਆ। ਧੰਨ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਵਾਸਤੇ ਸੈਫਦੀਨ ਜਿਹੜਾ ਹੈ ਉਹ ਅਨੰਦਪੁਰ ਸਾਹਿਬ ਆਇਆ। ਸੈਫਦੀਨ ਦੇ ਨਾਲ ਇੱਕ ਹੋਰ ਫਕੀਰ ਵੀ ਆਉਂਦਾ ਹੈ। ਗੁਰ ਇਤਿਹਾਸ ਕਹਿੰਦਾ ਹੈ ਕਿ ਸਤਿਗੁਰ ਮਹਾਰਾਜ ਜੀ ਦੇ ਸਨਮੁਖ ਆ ਕੇ ਜਦੋਂ ਸੈਫਦੀਨ ਤੇ ਉਹ ਫਕੀਰ ਬੈਠਾ ਹੈ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਪੁੱਛਦੇ ਨੇ, ਉਹਨਾਂ ਨੇ ਪੁੱਛਿਆ ਉਸ ਫਕੀਰ ਨੂੰ, ਕਹਿਣ ਲੱਗੇ ਕਿ ਤੌਹੀਦ ਤੋਂ ਕੀ ਭਾਵ ਹੈ। ਇਹ ਗੁਰੂ ਤੇਗ ਬਹਾਦਰ ਮਹਾਰਾਜ ਉਸ ਫਕੀਰ ਨੂੰ ਪੁੱਛਦੇ ਨੇ, ਕਿਉਂਕਿ ਜਿਹੜਾ ਫਕੀਰਾਂ ਦਾ ਸਿਲਸਿਲਾ ਹੈ ਉਹਦੇ ਵਿੱਚ ਤੌਹੀਦ ਨੂੰ ਬੜਾ ਵੱਡਾ ਕਿਹਾ ਜਾਂਦਾ ਹੈ ਕਿ ਤੌਹੀਦ ਬਹੁਤ ਵੱਡਾ ਅਸਰ ਰੱਖਦੀ ਆਪਣੇ ਆਪ 'ਚ, ਕਿ ਖੁਦਾ ਤੋਂ ਬਗੈਰ ਹੋਰ ਕਿਸੇ ਨੂੰ ਨਾ ਮੰਨਣਾ। ਉਹ ਫਕੀਰ ਜਿਹੜਾ ਸੀ ਉਹਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਉੱਤਰ ਦੇਣਾ ਕੀਤਾ, ਕਹਿਣ ਲੱਗਾ ਜੀ ਇੱਕ ਰੱਬ ਤੋਂ ਸਿਵਾਏ ਹੋਰ ਕਿਸੇ ਤੇ ਯਕੀਨ ਨਾ ਕਰਨਾ, ਹੋਰ ਕਿਸੇ ਨੂੰ ਨਾ ਮੰਨਣਾ, ਇਹਨੂੰ ਤੌਹੀਦ ਆਖਦੇ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਕਿ ਫਕੀਰ ਜੀ ਇਹ ਦੱਸੋ ਕਿ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਇਸ ਸੰਸਾਰ ਦੇ ਵਿੱਚ ਵਸਤੂ ਜਾਂ ਕੋਈ ਚੀਜ਼ ਹੈ ਕਿ ਜਿੱਥੇ ਵਾਹਿਗੁਰੂ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਨੇ ਅਸਲ ਦੇ ਵਿੱਚ ਤੌਹੀਦ ਜਿਹੜੀ ਹੈ ਉਹਦੇ ਅਰਥ ਬਣਦੇ ਨੇ ਕਿ ਜਿਹੜੀ ਦੁਨੀਆ ਅਸੀਂ ਦੇਖਦੇ ਪਏ ਹਾਂ ਇਹ ਨਾਸ਼ਵੰਤ ਹੈ। ਇਹ ਸੰਸਾਰ ਜਿਹੜਾ ਹੈ ਇਹ ਫਾਨੀ ਹੈ। ਇਹ ਤਾਂ ਬਾਰੂ ਭੀਤ ਬਨਾਈ ਰਚ ਪਚ ਰਹਿਤ ਨਹੀਂ ਦਿਨ ਚਾਰ। ਇਹ ਤਾਂ ਰੇਤ ਦੀ ਕੰਧ ਦੇ ਸਮਾਨ ਹੈ, ਬਾਲੂ ਕੀ ਭੀਤ ਜੈਸੇ ਬਸਵਾ ਕੋ ਰਾਜ ਹੈ। ਇਹ ਤਾਂ ਮਿੱਟੀ ਦੀ ਉਸ ਰੇਤ ਦੀ ਬਣੀ ਹੋਈ ਕੰਧ ਹੈ ਜਿਹੜੀ ਅੱਜ ਨਹੀਂ ਤਾਂ ਕੱਲ੍ਹ ਟੱਟ ਜਾਣੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਸ ਕਰਕੇ ਇਹ ਸੰਸਾਰ ਜਿਹੜਾ ਹੈ ਇਹ ਨਾਸ਼ਵੰਤ ਹੈ, ਇਹ ਫਾਨੀ ਹੈ, ਤੇ ਉਸ ਬਾਰੇ ਯਕੀਨ ਹੋ ਜਾਏ ਕਿ ਇਹ ਰਹਿਣਾ ਨਹੀਂ, ਇਹਨੇ ਸੰਸਾਰ ਨੇ ਬਿਨਸ ਜਾਣਾ ਹੈ। ਇਹਦੇ ਤੋਂ ਸਤਿਗੁਰ ਮਹਾਰਾਜ ਕਹਿੰਦੇ ਤੌਹੀਦ ਪ੍ਰਸਤੀ ਬਣਦੀ ਹੈ, ਇਹਦੇ ਤੋਂ ਇਹ ਯਕੀਨ ਭਰੋਸਾ ਬਣਦਾ ਹੈ। ਤੇ ਖੁਦਾ ਬਾਝੋਂ ਜਿਹੜਾ ਹੈ, ਰੱਬ ਤੋਂ ਬਗੈਰ ਜਿਹੜਾ ਹੈ ਤੁਦਬਾਜ ਕੂੜੋਂ ਕੂੜ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਖੁਦਾ ਤੋਂ ਬਗੈਰ, ਉਹਦੇ ਨਾਮ ਤੋਂ ਬਗੈਰ ਸਾਰਾ ਕੁਝ ਕੂੜ ਹੈ, ਸਾਰਾ ਹੀ ਕੁਝ ਵਿਅਰਥ ਹੈ, ਬੇਅਸਰ ਹੈ, ਉਹਦਾ ਕੋਈ ਲਾਭ ਨਹੀਂ। ਮਹਾਰਾਜ ਕਹਿੰਦੇ ਨੇ ਤੌਹੀਦ ਕਹਿੰਦੇ ਨੇ ਕਿ ਜਿਹੜਾ ਵੇਖ ਕੇ ਅਣਡਿੱਠ ਕਰ ਦਿੰਦਾ ਹੈ, ਜਿਹਦੇ ਸਾਹਮਣੇ ਉਹਦੇ ਆਪਣਿਆਂ ਨੂੰ ਕੋਹਿਆ ਜਾ ਰਿਹਾ ਹੋਵੇ। ਕਿਉਂਕਿ ਅਸੀਂ ਅਰਦਾਸ ਦੇ ਵਿੱਚ ਇਹ ਬਚਨ ਪੜ੍ਹਦੇ ਹਾਂ, ਦੇਖ ਕੇ ਅਣਡਿੱਠ ਕੀਤਾ ਸਾਹਮਣੇ ਬੱਚਿਆਂ ਦੇ। ਕਿਉਂਕਿ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਮੀਰ ਮੰਨੂ ਦਾ ਜਿਸ ਵੇਲੇ ਸਮਾਂ ਸੀ, ਉਸ ਵੇਲੇ ਲਾਹੌਰ ਤੇ ਪੱਟੀ ਦੀਆਂ ਜੇਲ੍ਹਾਂ ਦੇ ਵਿੱਚ ਅੱਜ ਵੀ ਉਹ ਜੇਲ੍ਹਾਂ ਮੌਜੂਦ ਨੇ। ਪੱਟੀ ਜਿਹੜਾ ਤਰਨਤਾਰਨ ਜ਼ਿਲ੍ਹੇ ਦੇ ਅੰਦਰ ਇੱਕ ਸ਼ਹਿਰ ਹੈ ਤਹਿਸੀਲ ਦੇ ਰੂਪ ਦੇ ਵਿੱਚ, ਉੱਥੇ ਅੱਜ ਵੀ ਉਹ ਪੁਰਾਤਨ ਕਿਲ੍ਹਾ ਮੌਜੂਦ ਹੈ। ਅਤੇ ਉਸ ਕਿਲ੍ਹੇ ਦੇ ਵਿੱਚ ਉਹ ਚੱਕੀਆਂ ਅੱਜ ਵੀ ਬਣੀਆਂ ਹੋਈਆਂ ਨੇ, ਜਿਨ੍ਹਾਂ ਚੱਕੀਆਂ ਦੀ ਅਸੀਂ ਅਰਦਾਸ ਕਰਿਆ ਕਰਦੇ ਸਨ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਜਿਨ੍ਹਾਂ ਨੇ ਖੰਨੀ ਖੰਨੀ ਰੋਟੀ 'ਤੇ ਗੁਜ਼ਾਰਾ ਕੀਤਾ, ਜਿਨ੍ਹਾਂ ਨੇ ਬੱਚਿਆਂ ਦੇ ਟੁਕੜੇ ਕਰਵਾ ਕੇ ਗਲਾਂ 'ਚ ਹਾਰ ਪਵਾਏ, ਧਰਮ ਨਹੀਂ ਹਾਰਿਆ। ਉਹਨਾਂ ਮਾਵਾਂ ਧੰਨ ਨੇ ਉਹ ਮਾਵਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ, ਛੋਟੇ ਛੋਟੇ ਬੱਚਿਆਂ ਨੂੰ ਜਿਨ੍ਹਾਂ ਨੇ ਗੋਦ ਵਿੱਚ ਪਏ ਹੋਣਾ, ਦੁੱਧ ਚੁੰਗਦੇ ਹੋਣਾ, ਆਪ ਮਾਵਾਂ ਨੇ ਚੱਕੀ ਪੀਸਣੀ, ਸਵਾ ਸਵਾ ਮਣ ਦੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ 'ਤੇ ਗੁਜ਼ਾਰਾ ਕੀਤਾ। ਥੋੜ੍ਹੀ ਥੋੜ੍ਹੀ ਰੋਟੀ 'ਤੇ ਗੁਜ਼ਾਰਾ ਕਰਨਾ, ਸਾਰਾ ਦਿਨ ਥੋੜ੍ਹਾ ਜਿਹਾ ਪ੍ਰਸ਼ਾਦਾ ਮਿਲਣਾ ਅਤੇ ਪੀਸਣ ਵਾਸਤੇ ਸਵਾ ਮਣ ਕਣਕ ਦੇ ਦੇਣੀ ਕਿ ਇਹ ਤੁਹਾਡੀ ਅੱਜ ਦੀ ਸਜ਼ਾ ਹੈ ਕਿ ਸਵਾ ਮਣ ਕਣਕ ਤੁਸੀਂ ਪੀਸ ਕੇ ਉੱਠਣਾ ਹੈ। ਉਹਨਾਂ ਮਾਵਾਂ ਦੀਆਂ ਗੋਦੀਆਂ ਦੇ ਵਿੱਚੋਂ ਜ਼ੁਲਮ ਸੀ ਕਰਨਾ ਨਾ, ਅਤੇ ਜ਼ਾਲਮ ਜਿਹੜਾ ਹੈ ਜ਼ੁਲਮ ਕਰਨ ਲੱਗਿਆਂ ਪਿਛਾਂਹ ਨਹੀਂ ਹਟਦਾ। ਉਹ ਚਾਹੁੰਦਾ ਹੈ ਕਿ ਮੈਂ ਸਿਖਰ ਕਰ ਦੇਵਾਂ, ਮੈਂ ਹੱਦ ਕਰ ਦੇਵਾਂ, ਇਸ ਤੋਂ ਅੱਗੇ ਕੁਝ ਨਾ ਹੋ ਸਕੇ, ਮੈਂ ਇਹਨਾਂ ਨੂੰ ਢਾਹ ਲਵਾਂ, ਮੈਂ ਇਹਨਾਂ ਨੂੰ ਕਮਜ਼ੋਰ ਕਰ ਦੇਵਾਂ, ਇਹ ਮੇਰੇ ਅੱਗੇ ਜ਼ਿੰਦਗੀ ਦੀ ਭੀਖ ਮੰਗਣੀ ਸ਼ੁਰੂ ਕਰ ਦੇਣ। ਪਰ ਸੱਚ ਕਰਕੇ ਜਾਣੋ, ਉਹ ਧੰਨ ਸਨ ਮਾਵਾਂ ਜਿਨ੍ਹਾਂ ਦੀਆਂ ਗੋਦੀਆਂ ਦੇ ਵਿੱਚੋਂ ਦੁੱਧ ਚੁੰਗਦੇ ਹੋਏ ਬਾਲਾਂ ਨੂੰ ਚੁੱਕਣਾ, ਅਤੇ ਇੱਕ ਨੇ ਚੁੱਕ ਕੇ ਉਸ ਬਾਲਕ ਨੂੰ ਤਾਂ ਸੁੱਟ ਦੇਣਾ ਅਤੇ ਦੂਸਰੇ ਥੱਲੇ ਵਰਸ਼ਾ ਕਰ ਦੇਣਾ। ਉਸ ਵਰਸ਼ੇ ਦੇ ਵਿੱਚ ਉਸ ਬੱਚੇ ਨੇ ਪਰੋਏ ਜਾਣਾ, ਉਹਦੀ ਸ਼ਹਾਦਤ ਹੋ ਜਾਣੀ। ਮਾਂ ਦੇ ਸਾਹਮਣੇ ਉਸ ਬੱਚੇ ਦੀਆਂ ਲੱਤ ਬਾਹਾਂ ਪੈਰ ਹੱਥ ਨੂੰ ਟੋਕੇ ਦੇ ਨਾਲ ਟੁੱਕ ਕੇ ਵੱਖਰਾ ਕਰ ਦੇਣਾ। ਉਹਨਾਂ ਦੇ ਬੱਚਿਆਂ ਦੇ ਟੁਕੜੇ ਕਰਵਾ ਕਰਕੇ, ਉਹਨਾਂ ਬੱਚਿਆਂ ਦੇ ਟੁਕੜਿਆਂ ਨੂੰ ਹਾਰ ਬਣਾ ਕੇ ਪਰੋ ਕਰਕੇ ਮਾਂ ਦੇ ਗਲੇ ਵਿੱਚ ਪਾ ਦੇਣਾ, ਉਹਨਾਂ ਦੀ ਝੋਲੀ ਵਿੱਚ ਟੁਕੜੇ ਪਾ ਦੇਣੇ। ਪਰ ਧੰਨ ਸਨ ਉਹ ਮਾਵਾਂ ਜਿਹੜਾ ਆਪਣੇ ਬੱਚਿਆਂ ਦੇ ਟੁਕੜੇ ਤਾਂ ਝੋਲੀ ਦੇ ਵਿੱਚ ਪਵਾ ਲੈਂਦੀਆਂ ਸੀ, ਪਰ ਸਿੱਖੀ ਸਿਦਕ ਨਹੀਂ ਉਹਨਾਂ ਨੇ ਛੱਡਿਆ। ਉਹਨਾਂ ਨੇ ਤਸ਼ੱਦਦ ਨੂੰ ਜਿਹੜਾ ਸੀ
ਆਪਣੇ ਉੱਪਰ ਹੁੰਦੇ ਜ਼ੁਲਮ ਨੂੰ ਤੇ ਅਣਡਿੱਠ ਕਰ ਦਿੱਤਾ, ਪਰ ਸਿੱਖੀ ਵਾਲੇ ਪਾਸਿਓਂ ਕਦੀ ਪਿੱਠ ਨਹੀਂ ਕੀਤੀ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਤੇ ਇੰਨੀ ਕਿਰਪਾ ਕੀਤੀ, ਬਾਣੀ ਦੇ ਨਾਲ ਇੰਨਾ ਜੁੜੇ ਕਿ ਇਤਿਹਾਸ ਦੇ ਬਚਨ ਨੇ ਕਿ ਜਦੋਂ ਸਾਰਾ ਦਿਨ ਜ਼ੁਲਮ ਵੀ ਹੋ ਜਾਣਾ, ਚੱਕੀ ਵੀ ਪਿਸਣੀ, ਤੇ ਸ਼ਾਮ ਦੇ ਸਮੇਂ ਤੇ ਸੋਦਰ ਦਾ ਸੰਗਤ ਨੇ ਰਲ ਕੇ ਜਦੋਂ ਪਾਠ ਕਰਨਾ, ਜੇਲ੍ਹਾਂ ਦੇ ਵਿੱਚ ਬੰਦ ਹੋਇਆ ਤੇ ਅਰਦਾਸ ਕੀ ਕਰਦੇ ਸੀ ਕਿ ਹੇ ਅਕਾਲ ਪੁਰਖ, 4 ਪਹਿਰ ਦਿਨ ਤੇਰੇ ਭਾਣੇ ਅੰਦਰ ਬਤੀਤ ਹੋਇਆ ਹੈ, ਮਹਾਰਾਜ ਕਿਰਪਾ ਕਰੀ 4 ਪਹਿਰ ਰਹਿਣ ਵੀ ਤੇਰੇ ਹੁਕਮ ਤੇ ਭਾਣੇ ਅੰਦਰ ਬਤੀਤ ਹੋ ਜਾਵੇ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਵੇਖ ਕੇ ਅਣਡਿੱਠ ਕਰਨਾ ਇਹ ਤੌਹੀਦ ਦੀ ਨਿਸ਼ਾਨੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਸਰੀਰ ਦਾ ਹਿੱਤ ਕਰਦਾ ਪਿਆ ਹੈ ਉਹਨੂੰ ਤੌਹੀਦ ਪ੍ਰਸਤ ਨਹੀਂ ਕਹਿ ਸਕਦੇ। ਜਿਹਨੂੰ ਆਪਣੇ ਸਰੀਰ ਦਾ, ਆਪਣੀ ਜ਼ਿੰਦਗੀ ਦਾ ਫਿਕਰ ਹੈ, ਮਹਾਰਾਜ ਕਹਿੰਦੇ ਨੇ ਉਹ ਤੌਹੀਦ ਕਿਵੇਂ ਹੋ ਸਕਦਾ ਹੈ? ਉਹ ਪਰਮਾਤਮਾ ਦੀ ਹਸਤੀ ਨੂੰ ਕਿਵੇਂ ਮੰਨ ਲਏਗਾ? ਕਿਉਂਕਿ ਉਹ ਅਜੇ ਤਾਂ ਆਪਣੇ ਸਰੀਰ ਨੂੰ ਹੀ ਸਾਰਾ ਕੁਝ ਮੰਨ ਕੇ ਬੈਠਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਤੌਹੀਦ ਪ੍ਰਸਤ ਜਿਹੜੇ ਨੇ ਸਭ ਵਿੱਚ ਇੱਕ ਨੂੰ ਵੇਖਦੇ ਨੇ ਤੇ ਇੱਕ ਦੇ ਵਿੱਚ ਸਾਰਿਆਂ ਨੂੰ ਦੇਖਦੇ ਨੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜੇ ਤੌਹੀਦ ਪ੍ਰਸਤ ਨੇ ਉਹ ਸਾਰਿਆਂ ਦੇ ਵਿੱਚ ਇੱਕ ਨੂੰ ਦੇਖਦੇ ਨੇ ਤੇ ਇੱਕ ਦੇ ਵਿੱਚ ਸਾਰਿਆਂ ਨੂੰ ਹੀ ਦੇਖਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਅਨੇਕ ਹੈ ਫਿਰ ਏਕ ਹੈ, ਕਿਉਂਕਿ ਉਹ ਪਰਮਾਤਮਾ ਜਿਹੜਾ ਹੈ ਉਹ ਜੋਤ ਕਰਕੇ ਉਹ ਹਰ ਇੱਕ ਦੇ ਵਿੱਚ ਮੌਜੂਦ ਹੈ। ਸਭ ਮੈਂ ਜੋਤ ਜੋਤ ਹੈ ਸੋਏ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਪਸਾਰਾ ਜਿਹੜਾ ਹੈ ਉਹਨੂੰ ਤੁਸੀਂ ਸਮੇਟ ਦਿੰਦੇ ਹੋ, ਇਸ ਫਿਰ ਅਨੇਕਤਾ ਦੇ ਵਿੱਚੋਂ ਕੇਵਲ ਇੱਕ ਨਿਕਲ ਕੇ ਹੀ ਆਉਂਦਾ ਹੈ। ਅਨੇਕਤਾ ਮੁੱਕ ਜਾਂਦੀ ਹੈ, ਇੱਕ ਹੀ ਰਹਿ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਤਰ ਤਤਰ ਦਿਸਾ ਵਿਸ਼ਾ ਹੋਏ ਫੈਲਿਓ ਅਨੁਰਾਗ। ਉਹਦਾ ਰੂਪ, ਉਹਦੀ ਤਾਕਤ, ਉਹਦੀ ਬਖਸ਼ੀ ਜਿਹੜੀ ਹੈ ਉਹਦੇ ਹਰ ਪਾਸੇ ਕਿਰਪਾ ਵਰਤਦੀ ਪਈ ਏ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਤੌਹੀਦ ਪ੍ਰਸਤ ਉਹ ਨੇ ਜਿਹੜੇ ਸਾਰਿਆਂ ਦੇ ਵਿੱਚ ਇੱਕ ਨੂੰ ਤੇ ਇੱਕ ਦੇ ਵਿੱਚ ਸਾਰਿਆਂ ਨੂੰ ਦੇਖਦੇ ਹਨ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੈਫਦੀਨ ਨੇ, ਕਿਉਂਕਿ ਸੈਫਦੀਨ ਜਿਹੜਾ ਸੀ ਉਹਦੇ ਨਾਲ ਇਹ ਜਿਹੜਾ ਫਕੀਰ ਚੱਲ ਕੇ ਆਇਆ ਸੀ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹਨੂੰ ਪੁੱਛਣਾ ਕੀਤਾ ਸੀ ਕਿ ਤੌਹੀਦ ਤੁਸੀਂ ਕਿਹਨੂੰ ਮੰਨਦੇ ਹੋ? ਤੇ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਇਹਦੀ ਤਸੱਲੀ ਕਰਾਉਂਦੇ ਨੇ, ਤੌਹੀਦ ਦੇ ਅਰਥ ਦੱਸਦੇ ਨੇ ਕਿ ਤੌਹੀਦ ਇਹ ਹੈ। ਤੇ ਸੈਫਦੀਨ ਜਿਹੜਾ ਹੈ ਇਹ ਪੁੱਛਦਾ ਹੈ ਸੱਚੇ ਪਾਤਸ਼ਾਹ ਮਹਾਰਾਜ ਪਾਪ ਦਾ ਮੂਲ ਕੀ ਹੈ? ਪਾਪ ਕਿਹਨੂੰ ਆਖਦੇ ਆ? ਪਾਪ ਪੈਦਾ ਕਿੱਥੋਂ ਹੁੰਦਾ ਹੈ? ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਪਾਪ ਜਿਹੜਾ ਹੈ ਨਾ, ਇਸ ਦੀ ਜੜ ਦੁਨੀਆ ਨਾਲ ਪ੍ਰੀਤੀ ਹੈ। ਜਦੋਂ ਦੁਨੀਆ ਦੇ ਨਾਲ ਪ੍ਰੀਤ ਹੋਵੇਗੀ ਤੇ ਉਹਦੇ ਵਿੱਚੋਂ ਪਾਪ ਪੈਦਾ ਹੋਣਗੇ। ਨਿਜ ਲਈ ਸਭ ਕੁਝ ਚਾਹੁਣਾ ਇਹ ਪਾਪ ਦਾ ਮੂਲ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪੁੰਨ ਦੀ ਜੜ ਸੰਸਾਰ ਨੂੰ ਫਾਨੀ ਤੇ ਚਲਾਏਮਾਨ ਸਮਝਣਾ ਹੈ। ਪੁੰਨ ਦੀ ਜੜ, ਪੁੰਨ ਕਿਹਨੂੰ ਆਖਦੇ ਆ ਕਿ ਸੰਸਾਰ ਨੂੰ ਚਲਾਏਮਾਨ ਸਮਝ ਲੈਣਾ, ਤੇ ਪਾਪ ਕਿਹਨੂੰ ਆਖਦੇ ਆ ਕਿ ਸੰਸਾਰ ਨੂੰ ਆਪਣਾ ਸਮਝ ਕੇ ਬੈਠ ਜਾਣਾ। ਪੁੰਨ ਕਿਹਨੂੰ ਆਖਦੇ ਆ ਕਿ ਇਹ ਜਿਹੜਾ ਸਰੀਰ ਦਿਖਦਾ ਹੈ, ਇਹ ਪਰਿਵਾਰ, ਇਹ ਜੋ ਕੁਛ ਧਨ ਦੌਲਤ ਹੈ ਇਹ ਚਲੇ ਜਾਣੀ ਹੈ। ਤੇ ਜਿਹੜਾ ਪਾਪ ਹੈ ਉਹ ਕੀ ਕਹਿੰਦਾ ਹੈ ਕਿ ਇਹ ਸਾਰਾ ਕੁਝ ਜਿਹੜਾ ਹੈ ਇਹ ਕਿਸੇ ਦੂਸਰੇ ਕੋਲ ਨਾ ਹੋਵੇ, ਇਹ ਸਾਰਾ ਕੁਝ ਮੇਰੇ ਕੋਲ ਹੋਣਾ ਚਾਹੀਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਕਰਕੇ ਜਗਤ ਨਾਲ ਮੋਹ ਮਿਟਾਉਣਾ ਤੇ ਰਜਾ ਵਿੱਚ ਰਾਜੀ ਰਹਿਣਾ ਜਿਹੜਾ ਹੈ ਨਾ, ਇਹ ਪਾਪ ਤੋਂ ਸਾਨੂੰ ਕੱਢ ਕੇ ਲੈ ਜਾਂਦਾ ਹੈ। ਇਹਨੂੰ ਪੁੰਨ ਆਖਦੇ ਆ। ਇਹਦੇ ਨਾਲ ਪਾਪ ਦੇ ਮੂਲ ਕਾਰਨ ਤੋਂ ਜਾਂ ਜਿੱਥੋਂ ਪਾਪ ਉਪਜਦਾ ਹੈ, ਪੈਦਾ ਹੁੰਦਾ ਹੈ, ਉਹਨੂੰ ਖਤਮ ਕਰ ਲੈਣਾ। ਜੇਕਰ ਜਗਤ ਦੇ ਨਾਲ ਮੋਹ ਹਟਾ ਲਵਾਂਗੇ, ਪਰਮਾਤਮਾ ਦੀ ਰਜਾ ਦੇ ਵਿੱਚ ਰਾਜੀ ਰਹਾਂਗੇ, ਫਿਰ ਪਰਮਾਤਮਾ ਬਖਸ਼ਿਸ਼ ਕਰਦਾ ਹੈ ਕਿ ਪਾਪਾਂ ਵਾਲੇ ਪਾਸੇ ਨਹੀਂ ਹੋੜਨ ਦਿੰਦਾ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਵਿੱਚ ਦਰਸ਼ਨ ਕਰਨ ਵਾਸਤੇ ਸਾਈਂ ਮੀਆਂ ਮੀਰ ਜਿਹੜੇ ਸਨ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਸਮੇਂ ਵੀ ਜਿਨ੍ਹਾਂ ਨੇ ਕਿਹਾ ਸੀ ਕਿ ਮਹਾਰਾਜ ਇੰਨਾ ਜ਼ੁਲਮ ਹੁੰਦਾ ਪਿਆ ਹੈ, ਮੇਰਾ ਮਨ ਕਰਦਾ ਹੈ ਕਿ ਦਿੱਲੀ ਤੇ ਲਾਹੌਰ ਦੀ ਇੱਟ ਦੇ ਨਾਲ ਇੱਟ ਖੜਕਾ ਦੇਵਾਂ। ਤੇ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਬਚਨ ਕਹੇ ਸੀ, ਉਹ ਕਿਸੇ ਵਿਦਵਾਨ ਕਵੀ ਨੇ ਬੜੇ ਸੋਹਣੇ ਲਿਖੇ ਨੇ। ਉਹਨੇ ਉਹਨੂੰ ਰੰਗਤ ਦਿੰਦਿਆਂ ਕਿਹਾ ਸੀ ਕਿ ਇਹ ਕਿੱਥੇ ਹੋ, ਇਹ ਕੀ ਪਿਆ ਹੁੰਦਾ,
ਗੁਰੂ ਅਰਜਨ ਜੀ ਕੀ ਪਏ ਕਰਦੇ ਹੋ ਹੰਸ ਅਮਰਤੀ ਸਰਵਰ ਦੇ, ਕਿਉਂ ਅੱਗ ਦੇ ਵਿੱਚ ਪਏ ਸੜਦੇ ਹੋ। ਸੱਚੇ ਪਾਤਸ਼ਾਹ ਮਹਾਰਾਜ ਆ ਦੇਖੋ ਤਤੀਆਂ ਤਵੀਆਂ, ਅੱਜ ਤੁਸੀਂ ਇਹਨਾਂ ਤੇ ਬੈਠੇ ਹੋਏ ਹੋ, ਸਰੀਰ ਦੇ ਵਿੱਚ ਰੇਤ ਪੈਂਦਾ ਪਿਆ ਹੈ ਗਰਮ, ਉਹ ਵੀ ਸੱਚੇ ਪਾਤਸ਼ਾਹ ਮਹਾਰਾਜ ਤੁਹਾਨੂੰ ਦੇਗ ਵਿੱਚ ਉਬਾਲਿਆ ਜਾ ਰਿਹਾ ਏ। ਇਹ ਕਿੱਥੇ ਹੋਏ ਕੀ ਪਿਆ ਹੁੰਦਾ, ਅਰਜਨ ਜੀ ਕੀ ਪਏ ਕਰਦੇ ਹੋ ਹੰਸ ਅਮਰਤੀ ਸਰਵਰ ਦੇ। ਤੁਸੀਂ ਤੇ ਅੰਮ੍ਰਿਤ ਸਰੋਵਰ ਦਾ ਨਿਰਮਾਣ ਕਰਨ ਵਾਲੇ, ਤੁਸੀਂ ਤਾਂ ਬਾਣੀ ਦਾ ਬਹੁਤ ਰਚਣ ਵਾਲੇ ਹੋ, ਕਿਉਂ ਅੱਗ ਦੇ ਵਿੱਚ ਪਏ ਤਰਦੇ ਹੋ। ਤਦ ਹੱਸ ਕਿਹਾ ਗੁਰੂ ਅਰਜਨ ਨੇ, ਤੂੰ ਮਿੱਤਰਾ ਰਮਜ ਪਛਾਣੀ ਨਹੀਂ, ਮੈਂ ਤੇਰੇ ਦਿਲ ਦੀ ਜਾਣ ਗਿਆ, ਤੂੰ ਮੇਰੇ ਦਿਲ ਦੀ ਜਾਣੀ ਨਹੀਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਈਂ ਮੀਆਂ ਮੀਰ ਨੂੰ ਕਿਹਾ ਸੀ, ਕਹਿੰਦੇ ਮੈਂ ਤੇਰੇ ਦਿਲ ਦੀ ਜਾਣਦਾ, ਪਰ ਤੂੰ ਮੇਰਾ ਮਿੱਤਰ ਹੋਣ ਕਰਕੇ ਵੀ ਮੇਰੇ ਦਿਲ ਨੂੰ ਨਹੀਂ ਸਮਝਿਆ। ਮੈਂ ਧਰਨੀਆਂ ਸਨ ਦੋ ਨੀਹਾਂ, ਇੱਕ ਇਹ ਤੇ ਇੱਕ ਹਰਮੰਦਰ ਦੀ। ਮੈਂ ਦੋ ਨੀਹਾਂ ਰੱਖਣੀਆਂ ਸੀ, ਇੱਕ ਸ਼ਹਾਦਤ ਦੀ ਰੱਖਣੀ ਸੀ ਤੇ ਦੂਸਰੀ ਹਰਮੰਦਰ ਦੀ। ਇਹ ਮੈਂ ਰੱਖਾਂ ਉਹ ਤੂੰ ਰੱਖੇ, ਇਹ ਚਾਹ ਸੀ ਮੇਰੇ ਅੰਦਰ ਦੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਈਂ ਮੀਆਂ ਮੀਰ ਨੂੰ ਆਖਿਆ ਕਿ ਮੈਂ ਦੋ ਨੀਆਂ ਧਰਨੀਆਂ ਸੀ, ਇੱਕ ਸ਼ਹਾਦਤ ਦੀ ਤੇ ਇੱਕ ਹਰਮੰਦਰ ਬੰਦਗੀ ਸਿਖਰ ਦੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਹ ਮੈਂ ਰੱਖਾਂ ਉਹ ਤੂੰ ਰੱਖੇ, ਇਹ ਚਾਹ ਸੀ ਮੇਰੇ ਅੰਦਰ ਦੀ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਸ ਮੰਦਰ ਅੰਦਰ ਸ਼ਰਧਾ ਦਾ ਇੱਟ ਚੂਨਾ ਗਾਰਾ ਲੱਗਦਾ ਏ। ਹਰਮੰਦਰ ਸਾਹਿਬ ਦੇ ਅੰਦਰ ਕਹਿਣ ਲੱਗੇ ਉਹ ਇੱਟਾਂ ਦੇ ਨਾਲ ਨਹੀਂ, ਉਹ ਸ਼ਰਧਾ ਦੇ ਚੂਨੇ ਤੇ ਗਾਰੇ ਨਾਲ ਬਣਿਆ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸ਼ਹਾਦਤ ਦਾ ਮਹਿਲ ਫਿਰ ਕਿਵੇਂ ਬਣਿਆ। ਮਹਾਰਾਜ ਕਹਿੰਦੇ ਇਹ ਮੰਦਰ ਬਣਦਾ ਤਦ ਫਕਰਾ ਜਦ ਲਹੂ ਬੇਦੋਸ਼ਾ ਵਗਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਹੁੰਦਿਆਂ ਉਸ ਸਾਈਂ ਮੀਆਂ ਮੀਰ ਨੇ ਤੱਕਿਆ। ਸਤਿਗੁਰੂ ਮਹਾਰਾਜ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਬੈਠ ਕੇ ਸੰਗਤ ਨੂੰ ਉਪਦੇਸ਼ ਦਿੰਦਿਆਂ ਸਾਈਂ ਮੀਆਂ ਮੀਰ ਨੇ ਤੱਕਿਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਸਰੰਦੇ ਦੇ ਨਾਲ ਕੀਰਤਨ ਕਰਦਿਆਂ ਸਾਈਂ ਮੀਆਂ ਮੀਰ ਨੇ ਤੱਕਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਵੀ ਰਹੇ, ਦਰਸ਼ਨ ਕਰਨ ਵਾਸਤੇ ਆਉਣਾ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੇ ਸਨ, ਉਸ ਵੇਲੇ ਬਚਪਨ ਦੇ ਵਿੱਚ ਵੀ ਸਾਈਂ ਮੀਆਂ ਮੀਰ ਨੂੰ ਮਿਲਣਾ ਤੇ ਉਹਨਾਂ ਦੇ ਦਰਸ਼ਨ ਹੋਣੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਫਿਰ ਸਾਈਂ ਮੀਆਂ ਮੀਰ ਦਾ ਇੱਕ ਚੇਲਾ ਹੈ ਜਿਹਦਾ ਨਾਂ ਹੈ ਮੀਰਾਂ ਸ਼ਾਹ। ਇਹ ਮੀਰਾਂ ਸ਼ਾਹ ਵੀ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ। ਇਹਨੇ ਵੀ ਆ ਕਰਕੇ ਆਪਣੇ ਮਨ ਦੀ ਜਿਹੜੀ ਜਗਿਆਸਾ ਸੀ, ਮਨ ਦੇ ਵਿੱਚ ਸਵਾਲ ਸੀ, ਉਹ ਰੱਖਣਾ ਕੀਤੇ। ਕਹਿਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ ਮਨ ਦੀ ਉਹਨੇ ਦਸ਼ਾ ਪ੍ਰਗਟ ਕਰਦਿਆਂ ਆਖਿਆ ਸੀ, ਕਹਿਣ ਲੱਗਾ ਮਹਾਰਾਜ ਮਨ ਜਿਹੜਾ ਹੈ ਇਹ ਪਾਪ ਕਰਦਾ ਹੈ ਤੇ ਪਾਪਾਂ ਕੇ ਵਿੱਚ ਲੱਗਿਆ ਰਹਿਣ ਕਰਕੇ ਨਾ ਮਨ ਦੇ ਵਿੱਚ ਪਛਤਾਵਾ ਵੀ ਰਹਿੰਦਾ ਏ। ਮਨ ਜਿਹੜਾ ਹੈ ਆਪਣੇ ਆਪ ਨੂੰ ਵਰਜਦਾ ਵੀ ਆ ਕਿ ਪਾਪਾਂ ਦੀ ਸਜ਼ਾ ਜਿਹੜੀ ਹੈ ਇਹ ਮਿਲੇਗੀ, ਇਹ ਪਾਪਾਂ ਦੀ ਸਜ਼ਾ ਭੁਗਤਣੀ ਪਵੇਗੀ, ਇਸ ਕਰਕੇ ਪਾਪਾਂ ਦੀ ਸਜ਼ਾ ਤੋਂ ਵੀ ਡਰਦਾ ਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਹਿਣ ਲੱਗੇ ਕਿ ਮੀਰਾਂ ਸ਼ਾਹ ਇਹ ਖਿਆਲ ਕਿ ਖੁਦਾ ਸਜ਼ਾ ਦੇਸੀ ਇਹ ਮੂਲ ਤੋਂ ਹੀ ਖੁੰਝਣਾ ਹੈ। ਇੱਕ ਵਾਰ ਜਿਹੜਾ ਇਨਸਾਨ ਸੱਚੇ ਦਿਲੋਂ ਤੌਬਾ ਕਰ ਲੈਂਦਾ ਏ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਉਹਨੂੰ ਫਿਰ ਪਾਪਾਂ ਦੀ ਸਜ਼ਾ ਤੋਂ ਡਰਨਾ ਨਹੀਂ ਚਾਹੀਦਾ, ਕਿਉਂਕਿ ਪਾਪਾਂ ਦੇ ਖਿਆਲ ਜਿਹੜੇ ਨੇ ਉਹ ਮਨ ਵਿੱਚੋਂ ਉੱਠਦੇ ਨੇ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਅਸਲ ਦੇ ਵਿੱਚ ਪਾਪੀ ਜਿਹੜਾ ਹੈ ਉਹ ਜੀਉੜਾ ਹੈ। ਇਹ ਜੀਉ ਹਿਰਦਾ ਪਾਪੀ ਹੈ। ਤੇ ਜਦੋਂ ਹਿਰਦੇ ਨੇ ਬਦੀ ਕਰਨ ਤੋਂ ਗੁਰੇਜ਼ ਕਰ ਲਿਆ, ਜਦੋਂ ਹਿਰਦੇ ਨੇ ਇਹ ਗੱਲ ਮੰਨ ਲਈ ਕਿ ਮੈਂ ਪਾਪ ਨਹੀਂ ਕਰਾਂਗਾ, ਤੌਬਾ ਕਰ ਲਈ, ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਫਿਰ ਪਾਪ ਕਰਨ ਵਾਲੇ ਫੁਰਨੇ ਜਿਹੜੇ ਨੇ ਜਿਨ੍ਹਾਂ ਵਿੱਚੋਂ ਪਾਪ ਪੈਦਾ ਹੁੰਦਾ ਏ, ਉਹ ਬਦੀ ਕਰਨ ਵਾਲੇ ਫੁਰਨੇ ਵੀ ਅੰਦਰੋਂ ਖਤਮ ਹੋ ਜਾਂਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਅਸਲੇ ਤੌਬਾ ਆਪੇ ਦਾ ਖਿਆਲ ਛੱਡਣਾ ਜਿਸ ਵਿੱਚੋਂ ਤ੍ਰਿਸ਼ਨਾ ਦੇ ਖਿਆਲ ਉੱਠਦੇ ਹਨ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਫਿਰ ਪੁੱਛਦਾ ਹੈ ਮੀਰਾਂ ਸ਼ਾਹ, ਕਹਿਣ ਲੱਗਾ ਜੀ ਦੁੱਖ ਦਾ ਕਾਰਨ ਕੀ ਹੈ। ਮਹਾਰਾਜ ਕਹਿੰਦੇ ਨੇ ਕਿ ਦੁਨੀਆ ਦੀਆਂ ਖਾਹਿਸ਼ਾਂ ਜਿਹੜੀਆਂ ਨੇ, ਜੋ ਪਾਸ ਹੈ ਉਹ ਖੁੱਸ ਜਾਣ ਦਾ ਡਰ ਵੀ ਦੁੱਖ ਹੈ। ਦੁਨੀਆ ਦੀਆਂ ਖਾਹਿਸ਼ਾਂ ਜੇ ਪੂਰੀਆਂ ਨਹੀਂ ਹੋਈਆਂ ਤੇ ਉਹ ਵੀ ਦੁੱਖ ਦਾ ਕਾਰਨ ਹੈ। ਵਿਸ਼ੇ ਵਿਕਾਰਾਂ ਵੱਲੋਂ ਜਿਹੜਾ ਹੈ ਉਹ ਭੱਜੋ, ਮੂਲ ਨੂੰ ਪਕੜੋ,
ਖਾਹਿਸ਼ਾਂ ਜਿਹੜੀਆਂ ਹਨ ਉਹ ਵਾਹਿਗੁਰੂ ਇੱਕ ਥਾਂ ਨਹੀਂ ਰਹਿਣ ਦਿੰਦੀਆਂ, ਕਿਉਂਕਿ ਵਾਹਿਗੁਰੂ ਤੇ ਖਾਹਿਸ਼ਾਂ ਇੱਕੋ ਜਗ੍ਹਾ ਤੇ ਨਹੀਂ ਟਿਕ ਸਕਦੇ। ਜਿੱਥੇ ਮਨ ਦੇ ਵਿੱਚ ਖਾਹਿਸ਼ਾਂ ਤੁਰੀਆਂ ਫਿਰਦੀਆਂ ਨੇ ਉੱਥੇ ਪ੍ਰਮਾਤਮਾ ਕਿਵੇਂ ਹੋ ਸਕਦਾ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਕਹਿੰਦੇ ਨੇ ਕਿ ਇਹ ਖਾਹਿਸ਼ਾਂ ਜਿਹੜੀਆਂ ਨੇ ਮੁੱਕਣਗੀਆਂ ਤੇ ਦੁੱਖਾਂ ਦੇ ਕਾਰਨ ਖਤਮ ਹੋਣਗੇ। ਮਹਾਰਾਜ ਨੂੰ ਬੇਨਤੀ ਕੀਤੀ ਕਿ ਮਜ਼ਹਬ ਕਿਹਨੂੰ ਆਖਦੇ ਨੇ, ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਖੁਦਾ ਵਾਲੇ ਪਾਸੇ ਲੈ ਕੇ ਜਾਵੇ ਉਹ ਮਜ਼ਹਬ ਹੈ। ਸ਼ਰ੍ਹਾ ਕਿਹਨੂੰ ਮਹਾਰਾਜ ਆਖਦੇ ਨੇ, ਮਹਾਰਾਜ ਕਹਿੰਦੇ ਉਹ ਸ਼ਰ੍ਹਾ ਉਹ ਹੁੰਦੀ ਏ ਜਿਹੜੀਆਂ ਬਦੀਆਂ ਤੋਂ ਹੋੜੇ, ਜਿਹੜੇ ਗਲਤ ਰਸਤਿਆਂ ਤੋਂ ਮੋੜ ਲਿਆਵੇ। ਖੁਦੀ ਦੀ ਬੁਰਾਈ ਜੜ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਖੁਦੀ ਜਿਹੜੀ ਹੈ, ਆਪਾ ਭਾਵ ਜਿਹੜਾ ਹੈ, ਮੈਂ ਮੇਰੀ ਜਿਹੜੀ ਹੈ, ਇਹ ਕਿਵੇਂ ਮੁੱਕਦੀ ਏ। ਤੇ ਮਹਾਰਾਜ ਕਹਿੰਦੇ ਜਿੱਦਣ ਇਹਨੂੰ ਪ੍ਰੇਮ ਦੀ ਭੱਠੀ ਵਿੱਚ ਪਾਏਗਾ ਉਦਣ ਇਹ ਖੁਦੀ ਮਿਟ ਜਾਂਦੀ ਏ, ਉਦਣ ਅੰਦਰੋਂ ਮੈਂ ਮਰ ਜਾਂਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਆਓ ਅਰਦਾਸ ਕਰੀਏ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਪ ਕਿਰਪਾ ਕਰੋ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੇ ਤਿੱਤੇ ਲਿਹੋ ਉਭਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੈ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੈ